ਜਦੋਂ ਅਸੀਂ ਇਹ ਮੰਨ ਕੇ ਚੱਲਦੇ ਆਂ ਵੀ ਮੈਨੂੰ ਸਾਰਾ ਕੁਝ ਪਤਾ, ਉਦੋਂ ਸਾਡੀ ਨੌਲੇਜ ਦਾ ਵੀ ਸਾਡੇ ਸਿਸਟਮ ਦਾ ਵੀ ਅੰਤ ਹੋ ਜਾਂਦਾ ਕਿ ਹਾਂ ਵੀ ਅਸੀਂ ਇੱਥੇ ਖੜੇ ਵੀ ਹੈਗੇ ਕਿ ਨਹੀਂ ਖੜੇ ਹੈਗੇ। ਅੱਛਾ, ਪਿੰਡ ਦੇ ਵਿੱਚ ਸਰਪੰਚੀ ਤੋਂ ਘੱਟ ਕੋਈ ਨਹੀਂ ਬਣਨਾ ਚਾਹੁੰਦਾ। ਅੱਛਾ, ਜੇ ਇਦਾਂ ਦੇ ਹਾਲਾਤ ਆ ਵੀ ਜੇ ਹਰ ਬੰਦਾ ਹੀ ਸਰਪੰਚ ਬਣਨਾ ਚਾਹੁੰਦਾ, ਹਰ ਬੰਦਾ ਹੀ ਚੀਫ ਮਿਨਿਸਟਰ ਬਣਨਾ ਚਾਹੁੰਦਾ, ਵੀ ਅਲਟੀਮੇਟਲੀ ਆਪਾਂ ਕੰਮ ਕਾਹਦੇ ਨਾਲ ਕਰ ਲਾਂਗੇ? ਕੱਲੀਆਂ ਫੋਟੋਆਂ ਖਿਚਾ ਕੇ ਕੀ ਕਰਾਂਗੇ? ਫਿਰ ਮੇਰੇ ਕੋਲ ਇੱਕ ਲਫ਼ਜ਼ ਹੋਰ ਕਹਿ ਹੋ ਗਿਆ ਵੀ ਮੈਂ ਕਿਹਾ ਜਿਹੜੇ ਵੱਡੇ ਬਾਦਲ ਸਾਹਿਬ ਆ ਨਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਇੱਕ ਆਦਤ ਆ ਵੀ ਇੱਕ ਹੈਲੀਕਾਪਟਰ ਚਾਹੀਦਾ, ਇੱਕ ਪੰਡ ਨੋਟਾਂ ਦੀ ਚਾਹੀਦੀ ਆ, ਕਦੀ ਕਿਸੇ ਪਿੰਡ ਲਾ ਲਿਆ, ਕਦੀ ਕਿਸੇ ਪਿੰਡ ਲਾ ਲਿਆ। ਸੌਰੀ ਟੂ ਸੇ, ਡੈਮੋਕ੍ਰੇਸੀ ਦੇ ਚਾਰੇ ਥੰਮ ਜਿਹੜੇ ਆ ਉਹਦੇ ਕਮਜ਼ੋਰੀ ਆ ਗਈ। ਕਮਜ਼ੋਰੀ ਕਿਉਂ ਆ ਗਈ? ਕਿ ਸਾਡੇ ਕਿਰਦਾਰ 'ਚ ਕਮਜ਼ੋਰੀ ਆ ਗਈ। ਜਿਹੜਾ BSNL 5.5 ਲੱਖ ਕਰੋੜ ਦਾ ਇਨਫਰਾਸਟ੍ਰਕਚਰ ਲਈ ਬੈਠਾ, ਜਿਹੜਾ ਉਹਨਾਂ ਨੂੰ ਸਿਗਨਲ ਸਿਰਫ ਦਿੰਦਾ ਬਾਕੀ ਕੰਪਨੀਆਂ ਨੂੰ, ਉਹ ਘਾਟੇ ਦੇ ਵਿੱਚ ਆ। ਤੇ ਜੀਓ ਜਿਹੜੀ ਆ ਪਹਿਲੇ ਸਾਲ ਹੀ 900 ਕਰੋੜ ਰੁਪਈਆ ਪ੍ਰੋਫਿਟ ਦੇ ਵਿੱਚ ਚਲੇ ਗਈ। ਜਿਸ ਤੁਹਾਡੇ ਕੋਲ ਪਾਣੀ ਬਹੁਤ ਸਾਫ਼ ਸੁਥਰਾ ਹੋਵੇ, ਪਹਿਲਾਂ ਬੰਦਾ ਕਵੇ ਵੀ ਪਹਿਲਾਂ ਇਹਨੂੰ ਗੰਦਾ ਕਰ, ਹੁਣ ਇਹਨੂੰ ਸਾਫ਼ ਕਰਨ ਲਈ ਆਰਓ ਲਾ। ਤੇ ਉਹਨਾਂ ਕੰਪਨੀਆਂ ਨੇ, ਜਿਨ੍ਹਾਂ ਕੰਪਨੀਆਂ ਨੇ ਸਾਨੂੰ ਪੈਸਟੀਸਾਈਡ ਵੇਚਿਆ, ਉਹਨਾਂ ਨੇ ਸਾਨੂੰ ਆਰਓ ਵੇਚਿਆ, ਉਹੀ ਹੁਣ ਸਾਨੂੰ ਕੈਂਸਰ ਦੀ ਦਵਾਈ ਵੇਚਣ ਨਹੀਂ ਆ। ਅੱਜ ਅਸੀਂ 45,000 ਇੰਜੀਨੀਅਰ ਜਿਹੜਾ ਆ ਪੰਜਾਬ ਦੇ ਵਿੱਚੋਂ ਬਣਾ ਕੇ, ਤੇ ਜਿਹਦੀ ਪਲੇਸਮੈਂਟ 500 ਦੀ ਵੀ ਹੈ ਨਹੀਂ। ਕਿਉਂ 500 ਦੀ ਹੈ ਨਹੀਂ? ਕਿਉਂਕਿ ਅਸੀਂ ਉਹਨੂੰ ਸਮੇਂ ਦਾ ਹਾਣੀ ਨਹੀਂ ਬਣਾਇਆ, ਅਸੀਂ ਉਹਨੂੰ ਇੱਧਰ ਨੂੰ ਤੋਰਿਆ ਹੀ ਨਹੀਂ ਕਿ ਪ੍ਰੈਕਟੀਕਲ। ਕਿਉਂਕਿ ਬਾਣੀਏ ਨੇ ਪੈਸੇ ਕਦੋਂ ਦੇਣੇ ਆ ਤੁਹਾਨੂੰ? ਜੇ ਤੁਸੀਂ ਕਮਾ ਕੇ ਦਿਓਗੇ। ਕਮਾ ਕੇ ਤਾਂ ਦਿਓਗੇ ਜੇ ਤੁਹਾਨੂੰ ਕੁਝ ਆਉਂਦਾ ਹੋਊਗਾ। ਜੇ ਤੁਹਾਨੂੰ ਕੁਝ ਆਉਂਦਾ ਨਹੀਂ ਹੋਊਗਾ ਤਾਂ ਫਿਰ ਅਸੀਂ ਇਹੋ ਜਿਹਾ ਇੱਕ ਐਟਮੋਸਫੀਅਰ ਕ੍ਰੀਏਟ ਕਰਾਂਗੇ ਕਿ ਜਿਹਦੇ ਨਾਲ ਸਾਡੀ, ਕਿਉਂਕਿ ਅੱਜ 40,000 ਕਰੋੜ, ਲਗਭਗ 40,000 ਕਰੋੜ ਰੁਪਈਆ ਫੀਸ ਦੇ ਤੌਰ ਤੇ ਬਾਹਰਲੇ ਦੇਸ਼ਾਂ 'ਚ ਜਾ ਰਿਹਾ। ਬੇਸਿਕ ਥੰਮ ਹੈ ਨਾ, ਉਹ ਆਲਰੇਡੀ ਡਿਫੀਟ ਹੋ ਚੁੱਕਿਆ ਅਕ੍ਰੋਸ ਦਾ ਪਾਰਟੀ ਲਾਈਨ। ਕਿਉਂਕਿ ਇੰਟਰਨਲ ਡਿਸਕਸ਼ਨਸ ਜਿਹੜੀਆਂ ਉਹ ਲਗਭਗ ਖਤਮ ਹੋ ਗਈਆਂ। ਜਾਂ ਤਾਂ ਪੰਜਾਬੀ, ਕਿਉਂਕਿ ਮੈਂ ਜਿਸ ਵੀ ਜਗ੍ਹਾ ਤੇ ਅਖੀਰ ਤੇ ਪਹੁੰਚਦਾ ਉਹਦੇ ਵਿੱਚੋਂ ਕਿਰਦਾਰ ਨਿਕਲਦਾ। ਕਿਉਂਕਿ ਮੈਨੂੰ ਕਦੀ ਕਦੀ ਇਹ ਵੀ ਮਹਿਸੂਸ ਹੁੰਦਾ ਵੀ ਭਗਤ ਸਿੰਘ ਵੀ ਸਾਡੇ ਵਿੱਚੋਂ ਹੀ ਹੋਇਆ ਸੀਗਾ। ਅਸੀਂ ਇਹ ਤਾਂ ਕਹਿੰਦੇ ਆ ਵੀ ਭਗਤ ਸਿੰਘ ਪੈਦਾ ਹੋਵੇ, ਪਰ ਹੋਵੇ ਗੁਆਂਢੀ ਦੇ ਘਰ, ਕਿਉਂਕਿ ਉਹਨੇ ਸਮੱਸਿਆਵਾਂ ਵੀ ਨਾਲ ਲੈ ਕੇ ਆਉਣੀਆਂ। ਅਸੀਂ ਉਸ ਸਦੀ ਦੇ ਵਿੱਚ ਵਿਚਰ ਰਹੇ ਹਾਂ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸੀਆ ਜਿਹੜਾ ਡਿਵੈਲਪ ਹੋ ਰਿਹਾ। ਬਹੁਤ ਵੱਡਾ ਦੇਸ਼, ਆਲਮੋਸਟ 140 ਕਰੋੜ, ਅਲੱਗ-ਅਲੱਗ ਜਾਤਾਂ ਦਾ, ਅਲੱਗ-ਅਲੱਗ ਧਰਮਾਂ ਦਾ। ਤੇ ਹੁਣ ਆਪਾਂ 550ਵਾਂ ਗੁਰੂ ਨਾਨਕ ਦੇਵ ਜੀ ਦਾ ਵੀ ਮਨਾ ਰਹੇ ਹਾਂ। ਤੇ ਕਦੀ-ਕਦੀ ਮੈਂ ਇਹ ਵੀ ਮਹਿਸੂਸ ਕਰਦਾ ਵੀ ਅਸੀਂ 1469 ਤੋਂ ਗਾਂ ਵੀ ਡਿਵੈਲਪ ਹੋਏ ਆ ਕਿ ਹਜੇ ਪਿੱਛੇ ਹੀ ਆ। ਕਿਉਂਕਿ ਸਮੇਂ-ਸਮੇਂ ਤੇ ਟੈਕਨੋਲੋਜੀ ਦੇ ਵਿੱਚ ਚੇਂਜਸ ਆਈਆਂ। ਪਹਿਲਾਂ ਕੱਚੀਆਂ ਇੱਟਾਂ ਹੁੰਦੀਆਂ ਸੀ, ਫਿਰ ਹੌਲੀ ਛੋਟੀਆਂ ਬਣ ਗਈਆਂ, ਫਿਰ ਵੱਡੀਆਂ ਬਣ ਗਈਆਂ, ਫਿਰ ਪੱਥਰ ਆ ਗਿਆ। ਫਿਰ ਇਹ ਤਾਂ ਸਮੇਂ ਦੀ ਜਿਹੜਾ ਆ ਬਦਲਾਅ ਆ। ਅਸੀਂ ਮਾਨਸਿਕ ਤੌਰ ਤੇ ਉਦੋਂ ਗਾਂ ਲੰਘੇ ਆ ਕਿ ਨਹੀਂ ਲੰਘੇ? ਅਸੀਂ ਆਉਣ ਵਾਲੇ ਸਮੇਂ ਨੂੰ ਵਿਜ਼ੂਅਲਾਈਜ਼ ਕਰ ਰਹੇ ਹਾਂ ਕਿ ਨਹੀਂ ਕਰ ਰਹੇ? ਔਰ ਉਹਦੇ ਲਈ ਲਗਭਗ, ਕਿਉਂਕਿ ਸਾਡਾ ਜਿਹੜਾ ਇੱਕ ਸੈਟਅਪ ਹੈ ਨਾ ਡੈਮੋਕ੍ਰੇਸੀ ਦਾ, ਉਹਦੇ ਵਿੱਚੋਂ ਟੈਕਨੋਕ੍ਰੈਟ ਤੇ ਇੰਟੈਲੀਜੈਂਸੀਆ ਜਿਹੜਾ ਆ ਹੌਲੀ ਹੌਲੀ ਮਾਈਨਸ ਹੋਣ ਲੱਗ ਪਿਆ। ਕਿਉਂਕਿ ਜਦੋਂ ਡਿਸਕਸ਼ਨ ਹੀ ਨਹੀਂ ਹੋਣੀ, ਜਦੋਂ ਅਸੀਂ ਇਹ ਮੰਨ ਕੇ ਚੱਲਦੇ ਆਂ ਵੀ ਮੈਨੂੰ ਸਾਰਾ ਕੁਝ ਪਤਾ, ਉਦੋਂ ਸਾਡੀ ਨੌਲੇਜ ਦਾ ਵੀ ਸਾਡੇ ਸਿਸਟਮ ਦਾ ਵੀ ਅੰਤ ਹੋ ਜਾਂਦਾ ਕਿ ਹਾਂ ਵੀ ਅਸੀਂ ਇੱਥੇ ਖੜੇ ਵੀ ਹੈਗੇ ਕਿ ਨਹੀਂ ਖੜੇ ਹੈਗੇ। ਅੱਛਾ, ਬਿਊਰੋਕਰੈਟ ਕੀ ਕਰਦਾ? ਪੋਲੀਟੀਸ਼ੀਅਨ ਕੀ ਕਰਦਾ? ਮੈਂ ਤਾਂ ਇੱਕ ਪਿੰਡ ਨੂੰ ਇਕਾਈ ਜਾਂ ਇੱਕ ਘਰ ਨੂੰ ਇਕਾਈ ਲੈ ਕੇ ਚੱਲਦਾ, ਕਿਉਂਕਿ ਮੈਂ ਤਾਂ ਸਪੋਰਟਸ ਦੀ ਦੁਨੀਆ 'ਚੋਂ ਆਇਆ ਸੀਗਾ। ਤੇ ਇਹਦੇ ਵਿੱਚ ਜਦੋਂ ਆਇਆ ਤੇ ਮੇਰਾ
क्योंकि है तो मेरी पिंड दी बैकग्राउंड ते पिंडां नाल बहुता वाह पैण लग पिया, क्योंकि स्पोर्ट्स दे विच तां इह हुंदा भी जिहड़ा चंगा चंगा जिहड़ा माड़ा वो माड़ा, भी भाई मेहनत करके आई अगले वारी। साडी सब तो वड्डी समस्या कित्थे खड़ी आ कि पिंडां दे विच जे ताए ने खब्बे नूं जाना ते चाचे ने पक्का ही सज्जे नूं जाना, चाहे जो मर्जी कर लो। और ਉਹਦਾ नतीजा की आ, ਉਹਦੇ ਵਿੱਚ ਪੋਲੀਟੀਕਲ ਐਕਸਪਲੋਇਟੇਸ਼ਨ। ਉਹਦਾ ਨਤੀਜਾ ਕੀ ਆ, ਅਸੀਂ ਹੌਲੀ ਹੌਲੀ ਜਦੋਂ ਅਸੀਂ ਲੌਜੀਕਲ ਡਿਸਕਸ਼ਨ ਕਰਨੋਂ ਹੀ ਹਟ ਗਏ, ਅਸੀਂ ਉਸ ਮੁੱਦੇ ਨੂੰ ਵਿਚਾਰਨੋਂ ਹੀ ਹਟ ਗਏ, ਕਿਉਂਕਿ ਅਸੀਂ ਕਹਿਣਾ ਵੀ ਜੇ ਤਾਂ ਉਹ ਅਕਾਲੀ ਦਲ ਦਾ ਵੀ ਨਾ ਜੀ ਬਾਦਲ ਸਾਹਿਬ ਤੋਂ ਵਧੀਆ ਤਾਂ ਬੰਦਾ ਹੀ ਹੈ ਨਹੀਂ, ਜੇ ਕੋਈ ਕਾਂਗਰਸ ਦਾ ਤੇ ਉਹਨੇ ਕਹਿਣਾ ਫਲਾਣੇ ਬੰਦੇ ਤੋਂ ਵਧੀਆ ਤਾਂ ਬੰਦਾ ਹੀ ਹੈ ਨਹੀਂ, ਜੇ ਕੋਈ ਆਪ वाला ਤੇ ਆਪ वाले ने कहना भी फलाने बंदे तो वधिया तो बंदा ही है नहीं। और साडी जिन्नी लीडरशिप भी है ना, उन्हां दी सब तो वड्डी समस्या कित्थे आ, वो उदा पंजाब दी भी गल करनगे, डेमोक्रेसी दी भी गल करनगे, पर मैं जिहड़े टॉप दे भी लीडर हैगे आ, सच्ची गल है उन्हां दी भी गल करदा, वो चीफ मिनिस्टरी तो घट कोई बनना ही नहीं चाहुंदा। अच्छा, पिंड दे विच सरपंची तो घट कोई नहीं बनना चाहुंदा। अच्छा, जे इदां दे हालात आ भी जे हर बंदा ही सरपंच बनना चाहुंदा, हर बंदा ही चीफ मिनिस्टर बनना चाहुंदा, भी अल्टीमेटली आपां काम काहदे नाल कर लांगे, कल्लियां फोटोआं खिचा के की करांगे? क्योंकि इस पंजाब नूं तां पिछली वारी मैं अकाली दल चों MLA सीगा ते सरदार सुखबीर सिंह बादल ने एक पावर पॉइंट प्रेजेंटेशन बनाई जिथे बहुत कंट्रियां दा डाटा इकट्ठा किया, अमेरिका दा, कैनेडा दा, आस्ट्रेलिया दा, जापान दा, ते उस डाटे दे विच बेसिकली ये प्रोजेक्शन करने चाहुंदा सी भी जिहड़ा GDP ग्रोथ रेट आ किसी भी जिहड़ा देश जां सूबे दा जिहड़ा लिया होया करजा उहनूं बैलेंस करके ही उहदे विचों डेवलपमेंट कीती जा सकदी है। ते मैं भी उस प्रेजेंटेशन दे विच सीगा, मैं लास्ट जे ते बैठा सीगा, मैनूं कहंदे हाँ जी कप्तान साहब तुसीं भी कुछ कह लो, नाल ही कहंदे भी यार तू तां खिडारी है, तैनूं इकनॉमिक्स बारे की पता भी इकनॉमिक्स की हुंदी आ। मैं कहा हाँ प्रधान साहब गल तां भी ठीक है, तुहाडी ठीक है, तो मैनूं इकनॉमिक्स बारे तां नहीं पता, पर मैं ये जिहड़ा गुड डैट सुण रिहा आ इहदी तुसीं परिभाषा दस दिओगे, क्योंकि मैं तां अज तक जिहड़ा करजा सुणिया वो गुड तां सुणिया ही नहीं, वो माड़ा ही सुणिया। ते मैं कहा मेरा बापू एक छोटा जिहा जिमीदार, वो कहंदा भी जिहड़ा विआह ते लिया होया करजा ते घर ते लिया होया करजा लैंदा नहीं है। ते जे आपां फिर मेरे को एक लफ्ज होर कह हो गया भी, मैं कहा जिहड़े वड्डे बादल साहब है ना सरदार प्रकाश सिंह बादल, उन्हां नूं एक आदत है भी एक हैलीकॉप्टर चाहिदा, एक पंड नोटां दी चाहिदी आ, कदी किसे पिंड ला लिया कदी किसे पिंड ला लिया, ते उत्थे पंचायत हत्थ जोड़ के खड़ी होऊ ते वो कहणगे जी भी ਉਹ जी साडी आ गली नहीं बनी जी, साडी नाली नहीं बनी जी, साडा इदां नहीं होया, साडा इदां नहीं होया। नाल मैं कहा KJS चीमा खड़ा होना, ਉਹਨੂੰ कहना भी काका जी एक 50 ਲੱਖ ਦਾ ਚੈੱਕ ਇਹਨਾਂ ਨੂੰ ਦੇ ਦਿਓ। मैं क्या जे तां गुड डैट की परिभाषा ये आ आने वाले समय लई, आने वाली जनरेशन लई असीं पंजाब लई वो कंडे बीज के जावांगे जिहड़े कदी साडे कोलों चुणे नहीं जाने। उहदा कारण की आ कि जिस घर ते करजा हो जावे वो घर दी हर चीज जिहड़ी आ वो इफेक्ट करदी आ, उस घर दा एजुकेशन भी बच्चों की पढ़ाई भी इफेक्ट करती है, माँ प्यो की दवाई भी इफेक्ट करती है, उस घर के किरदार तक भी इफेक्ट करती है कि हाँ भी वो सोच दे विच किते ना किते कमजोरी आ जाती भी भाई हुण मैं तां कर्जदार हो गया। मैं कहा मेरी तो गल इन्नी क समझ है वो, लेकिन आले दुआले जिहड़े वो 12-14 उस डिस्कशन दे विच जिन्हां ने बहुत वाहवा कीती सी भी प्रधान साहब क्या आइडिया लिआंदा, किद्दां पंजाब नूं कित्थे लै जाना, कैलीफोर्निया बना देना, उन्होंने मेरी चंगी रख के सेवा की भी ये जिहड़ा आ ये तां हमेशा टेढ़ा बोलदा। मैं कहा यार देखो मेरी गल कहण दा मेरी गल सुन लो, मैं क्यों कहना भी पोलीटिकल सिस्टम दे विच डेमोक्रेसी दे विच इंटरनल डिस्कशन जिहड़ी आ वो ऑलमोस्ट मुक गई आ। आपां जिधर नूं मर्जी तुर लईए, अज जरूरत काहदी आ पंजाबियां नूं इकट्ठे होण दी, अज जरूरत काहदी आ जिहड़े इंटलैक्चुअल्स आ उन्हां नूं गवर्नमेंट दा हिस्सा बनाउण दी, जिहड़े टैक्नोक्रैट्स आ उन्होंने गवर्नमेंट का हिस्सा बनाना। पॉलिटिशियन ठीक क्या इन्होंने कि एक्सपीरियंस नहीं हैगा,
ਲੇਕਿਨ ਆਪਾਂ ਜਦੋਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਉਹਦੇ ਲਈ ਵਾਊਚ ਫॉर ਕਰਦੇ ਆ ਤੇ ਸਾਨੂੰ ਇਹ ਵੀ ਦੇਖ ਲੈਣਾ ਚਾਹੀਦਾ ਵੀ ਭਾਈ ਅਸੀਂ ਨੁਮਾਇੰਦਾ ਕਿਹੋ ਜਿਹਾ। ਮੈਂ ਤਾਂ ਮੇਰੇ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਕਈ ਵਾਰੀ ਜਦੋਂ ਸਰਪੰਚੀ ਦੀ ਇਲੈਕਸ਼ਨ ਆਉਂਦੀ ਆ ਨਾ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਵੀ ਇਸ ਪਿੰਡ ਦਾ ਕੋਈ ਸ਼ਰੀਫ ਬੰਦਾ, ਕੋਈ ਚੰਗਾ ਬੰਦਾ ਜਿਹੜਾ ਉਹ ਸਰਪੰਚ ਬਣਾਇਆ ਜਾਵੇ ਤਾਂ ਕਿ ਜੇ ਉਹ ਚੰਗਾ ਨਹੀਂ ਕਰੂਗਾ ਕਮ ਸੇ ਕਮ ਮਾੜਾ ਨਹੀਂ ਕਰੂਗਾ। ਲੇਕਿਨ ਜਦੋਂ ਅਸੀਂ ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੇ ਨੁਮਾਇੰਦਿਆਂ ਨੂੰ ਚੁਣ ਕੇ ਭੇਜਦੇ ਆ ਜਿਨ੍ਹਾਂ ਨੂੰ ਉਸ ਲੈਵਲ ਦਾ ਥਾਟ ਪ੍ਰੋਸੈਸ ਨਹੀਂ, ਅਲਟੀਮੇਟਲੀ ਤਾਂ ਕਿਉਂਕਿ ਪੋਲੀਟੀਸ਼ੀਅਨ ਮੈਨੂਪਲੇਟ ਕਰਦਾ, ਬਿਊਰੋਕਰੈਟ ਮੈਨੂਪਲੇਟ ਕਰਦਾ, ਡੈਮੋਕ੍ਰੇਸੀ ਦੇ ਸੌਰੀ ਟੂ ਸੇ ਡੈਮੋਕ੍ਰੇਸੀ ਦੇ ਚਾਰੇ ਥੰਮ ਜਿਹੜੇ ਆ ਉਹਦੇ ਕਮਜ਼ੋਰੀ ਆ ਗਈ। ਕਮਜ਼ੋਰੀ ਕਿਉਂ ਆ ਗਈ ਕਿ ਸਾਡੇ ਕਿਰਦਾਰ 'ਚ ਕਮਜ਼ੋਰੀ ਆ ਗਈ ਔਰ ਉਹ ਜਿਹੜੇ ਪਿੱਲਰ ਆ ਉਹ ਹੌਲੀ ਹੌਲੀ ਟੁੱਟ ਕੇ ਨਾ ਇੱਕ ਦੂਸਰੇ ਦੇ ਸਹਾਰੇ ਜੇ ਖੜੇ ਆ। ਉਹਦੇ ਵਿੱਚੋਂ ਜਿੱਦਣ ਇੱਕ ਵੀ ਡਿੱਗਿਆ ਨਾ ਤੇ ਉਦੋਂ ਸਾਰੇ ਦਾ ਸਾਰਾ ਉਹ ਛੱਜਾ ਜਿਹਾ ਥੱਲੇ ਡਿੱਗ ਪੈਣਾ। ਅੱਜ ਜ਼ਰੂਰਤ ਸਾਨੂੰ ਕਾਹਦੀ ਹੈ? ਕਿਉਂਕਿ ਜੇ ਮੈਂ ਸ਼ਾਮਲਾਟ ਜ਼ਮੀਨ ਦੀ ਵੀ ਗੱਲ ਕਰਾਂ, ਕਿਉਂਕਿ ਜਦੋਂ ਡਿਸਕਸ਼ਨ ਨਹੀਂ ਹੁੰਦੀ, ਜਦੋਂ ਕਿਉਂਕਿ ਜਿਹੜਾ ਤਾਂ ਚੰਡੀਗੜ੍ਹ ਜਾਂ ਦਿੱਲੀ ਬਿਊਰੋਕਰੈਟ ਬੈਠਾ ਉਹਦਾ ਗਰਾਊਂਡ ਲੈਵਲ ਤੇ ਤਜਰਬਾ ਨਹੀਂ ਹੈ। ਜਿਹੜਾ ਗਰਾਊਂਡ ਲੈਵਲ ਤੇ ਜਿਹਨੇ ਇੰਪਲੀਮੈਂਟ ਕਰਨਾ ਉਹ ਸਿਰਫ ਉਹਨੂੰ ਇੱਕ ਚਿੱਠੀ ਸਮਝਦਾ ਵੀ ਮੈਂ ਇਹ ਚਿੱਠੀ ਦਾ ਜਵਾਬ ਬਣਾ ਕੇ, ਕਈ ਵਾਰੀ ਹੁਣ ਤਾਂ ਬਾਬੂ ਇੱਥੋਂ ਤੱਕ ਵੀ ਕਰਨ ਲੱਗ ਪਏ ਵੀ ਚਿੱਠੀ ਦੀ ਸਾਰੀ ਨਕਲ ਉਤਾਰ ਕੇ ਥੱਲੇ ਲਿਖ ਦਿੰਦਾ ਹੁਕਮਾਂ ਹਿੱਤ ਪੇਸ਼ ਹੈ। ਕਿਉਂਕਿ ਅਲਟੀਮੇਟਲੀ ਤਾਂ ਸਿਸਟਮ ਇਸ ਕਰਕੇ ਬਣਿਆ ਸੀ ਵੀ ਸਾਰਿਆਂ ਦੀ ਇਨਪੁਟ ਉਹਦੇ ਵਿੱਚ ਪੈ ਜਾਵੇ ਤਾਂ ਕਿ ਡਿਸਕਸ਼ਨ ਦਾ ਹਿੱਸਾ ਬਣ ਜਾਵੇ। ਮੰਨ ਲਓ ਆਪਾਂ ਕੋਈ ਮੀਟਿੰਗ ਕਰਦੇ ਆ, ਜੇ ਮੀਟਿੰਗ ਕਰਦੇ ਆ ਤੇ ਉਹਦਾ ਅਸਰ ਕੀ ਹੁੰਦਾ ਵੀ 5-7 ਬੰਦਿਆਂ ਨੇ ਮੀਟਿੰਗ ਕੀਤੀ, ਇੱਕ ਪੁਆਇੰਟ ਵੀ ਜੇ ਉਹਦੇ ਚੰਗੇ ਮਾਈਂਡ ਦੇ ਵਿੱਚੋਂ ਆਇਆ ਤੇ ਉਹਦਾ ਚੰਗਾ ਗੁਲਦਸਤਾ ਬਣ ਗਿਆ ਔਰ ਉਹ ਹੌਲੀ-ਹੌਲੀ ਸਾਡੀ ਡੈਮੋਕ੍ਰੇਸੀ ਦੇ ਵਿੱਚੋਂ ਨਿਕਲ ਗਿਆ। ਔਰ ਉਹਦੀ ਸੈੱਟ ਐਗਜ਼ਾਮਪਲ ਜਿਹੜੀ ਆ, ਕਿਉਂਕਿ ਹੁਣ ਆ ਮੋਦੀ ਸਰਕਾਰ ਹੈ, ਚਾਹੇ ਕੋਈ ਵੀ ਸਰਕਾਰ ਹੋਵੇ, ਮੈਂ ਤਾਂ ਉਹਦੇ ਤੋਂ ਗਾਂਹ ਦੀ ਗੱਲ ਕਰਦਾ ਵੀ ਅਸਲੀਅਤ ਕੀ ਆ। ਕਿਉਂਕਿ 200-250 ਉਸ ਲੈਵਲ ਦੇ ਠੱਗ ਜਿਹੜੇ ਮਾੜੇ ਠੱਗ ਵੀ ਨਹੀਂ ਹੈ, ਕਿਉਂਕਿ ਜਿਨ੍ਹਾਂ ਨੇ ਸਿਸਟਮ ਨੂੰ ਮੈਨੂਪਲੇਟ ਕਰਕੇ ਜਿਹੜੇ ਪਾਲਿਸੀ ਮੈਟਰ ਤੇ ਜਾ ਕੇ ਉਹ ਕੰਮ ਕਰਾਉਂਦੇ ਆ। ਕਿਉਂਕਿ ਜੇ 2014 ਦੇ ਵਿੱਚ ਅੰਬਾਨੀਆਂ ਦੀ ਜਿਹੜੀ ਟੋਟਲ ਕੰਪਨੀ ਦੀ ਵਰਥ ਆ ਉਹ 3.5 ਲੱਖ ਕਰੋੜ ਸੀ ਤੇ ਉਹ ਇਹਨਾਂ 5 ਸਾਲਾਂ ਦੇ ਵਿੱਚ ਵੱਧ ਕੇ ਲਗਭਗ 10.5 ਲੱਖ ਕਰੋੜ ਹੋ ਗਈ। ਜਿਹੜਾ BSNL 5.5 ਲੱਖ ਕਰੋੜ ਦਾ ਇਨਫਰਾਸਟ੍ਰਕਚਰ ਲਈ ਬੈਠਾ, ਜਿਹੜਾ ਉਹਨਾਂ ਨੂੰ ਸਿਗਨਲ ਸਿਰਫ ਦਿੰਦਾ ਬਾਕੀ ਕੰਪਨੀਆਂ ਨੂੰ, ਉਹ ਘਾਟੇ ਦੇ ਵਿੱਚ ਆ ਤੇ ਜੀਓ ਜਿਹੜੀ ਆ ਪਹਿਲੇ ਸਾਲ ਹੀ 900 ਕਰੋੜ ਰੁਪਈਆ ਪ੍ਰੋਫਿਟ ਦੇ ਵਿੱਚ ਚਲੇ ਗਈ। ਸੋ ਬੜਾ ਕਲੀਅਰ ਕੱਟ ਹੈਗਾ ਕਿ ਜਿਹੜੀ ਸਾਡੀ ਮਾਨਸਿਕਤਾ ਨਾ ਐਕਚੁਅਲੀ ਜਾਂ ਤਾਂ ਉਹਨੂੰ ਕਿਤੇ ਨਾ ਕਿਤੇ ਇਹੋ ਜਿਹਾ ਤਾਲਾ ਲੱਗ ਗਿਆ ਵੀ ਅਸੀਂ ਇਕੱਠੇ ਨਹੀਂ ਹੋਣਾ ਚਾਹੁੰਦੇ, ਅਸੀਂ ਰੌਲਾ ਸਾਰੇ ਪਾਉਨੇ ਆ, ਅਸੀਂ ਅਲੱਗ ਪਾਰਟੀ ਬਣਾ ਲਈ, ਫਿਰ ਛੋਟੀ ਜਥੇਬੰਦੀ ਦੀ ਵੀ ਗੱਲ ਆਈ ਵੀ ਯਾਰ ਅਲਟੀਮੇਟਲੀ ਸਾਡਾ ਏਮ ਕੀ ਆ, ਸਾਡਾ ਆਬਜੈਕਟਿਵ ਕੀ ਆ, ਅਸੀਂ ਜਾਣਾ ਕਿੱਧਰ ਨੂੰ ਆ। ਕਿਉਂਕਿ ਜੇ ਤਾਂ ਅਸੀਂ ਸਾਰਿਆਂ ਨੇ ਅਲੱਗ-ਅਲੱਗ, ਕਿਉਂਕਿ ਸਾਰੇ ਜਦੋਂ ਅਲੱਗ-ਅਲੱਗ ਰਹਿਣਗੇ, ਜਦੋਂ ਤਾਇਆ ਨਹੀਂ ਮੰਨਣ ਡਿਆ ਚਾਚੇ ਦੀ ਗੱਲ, ਉਹ ਲੌਜਿਕ ਦੀ ਗੱਲ ਨਹੀਂ ਕਰਨਾ ਚਾਹੁੰਦਾ, ਉਹ ਕਹਿੰਦਾ ਨਾ ਜੇ ਇਹਨੇ ਸੱਜੇ ਨੂੰ ਜਾਣਾ ਤਾਂ ਮੇਰੇ ਹਲਕੇ ਦਾ ਇੱਕ ਪਿੰਡ ਆ, ਉਹਦੇ ਵਿੱਚ ਇੱਕ ਚਾਚੇ ਭਤੀਜੇ ਦੀ ਲੜਾਈ ਆ, ਮੇਰੇ ਖਿਆਲ ਏਕੜ ਜ਼ਮੀਨ ਹੋਣੀ ਆ ਤੇ ਮੈਂ ਇੱਕ ਦਿਨ 2-2 ਬੰਦੇ ਸੱਦ ਲੈ ਦੋਨੇ ਪਾਸਿਓਂ। ਮੈਂ ਕਿਹਾ ਯਾਰ ਤੇ ਮੈਂ ਅੱਜ ਤੁਹਾਡਾ ਸਮਝੌਤਾ ਕਰਾਉਣਾ ਜ਼ਰੂਰ ਆ। ਬਹਿ ਗਏ, ਮੇਰਾ ਖਿਆਲ ਅੱਧਾ ਘੰਟਾ ਬੈਠੇ ਰਹੇ। ਮੈਂ ਕਿਹਾ ਸੱਚੋ ਸੱਚ ਦੱਸਿਓ ਵੀ ਕਿੰਨੇ ਕੁ ਦੀ ਜ਼ਮੀਨ ਆ। ਉਹਨੇ ਮੈਨੂੰ ਦੱਸਿਆ ਵੀ 12 ਲੱਖ ਦੀ ਜ਼ਮੀਨ ਆ। ਮੈਂ ਕਿਹਾ ਖਰਚਾ ਹੁਣ ਤੱਕ ਕਿੰਨਾ ਕੁ ਹੋ ਗਿਆ? ਦੋਨਾਂ ਨੇ 20-20 ਲੱਖ ਖਰਚ ਲਿਆ। ਲੜਾਈ ਹਜੇ ਖੜੀ ਆ। ਫਿਰ ਮੈਂ ਕਿਹਾ ਯਾਰ ਆਪਾਂ ਆਹ ਰਿਜ਼ਲਟ ਨਿਕਲਣਾ, ਇਹਦੇ ਵਿੱਚੋਂ ਆਪਾਂ ਕਰ ਲਈਏ। ਤੇ ਪਤਾ ਨਹੀਂ ਬਾਹਰ ਜਾ ਕੇ ਕਹਿੰਦੇ 10 ਮਿੰਟ ਦਿਓ, ਅਸੀਂ ਗੱਲ ਕਰਕੇ ਦੁਬਾਰਾ ਆਉਨੇ ਆ। ਬਾਹਰ ਪਤਾ ਨਹੀਂ ਕੀ ਹੋਇਆ, 10 ਮਿੰਟਾਂ ਬਾਅਦ ਆਏ, ਮੈਨੂੰ ਕਹਿੰਦੇ ਵੀ ਥਾਣੇਦਾਰ ਨੂੰ ਹੀ ਫੋਨ ਕਰ ਦਿਓ ਤੁਸੀਂ। ਵੀ ਜੇ ਸਾਡੀ ਮਾਨਸਿਕਤਾ ਇਹ ਆ ਵੀ ਅਸੀਂ ਸਿਆਣੇ ਬੰਦਿਆਂ 'ਚ ਨਹੀਂ ਬਹਿਣਾ, ਅਸੀਂ ਥਾਣੇਦਾਰ ਕੋਲੋਂ ਹੀ ਕੁੱਟ ਖਾਣੀ ਆ। ਮੈਂ ਕਿਹਾ ਹੁਣ ਇਹਨੇ ਤੁਹਾਨੂੰ, ਮੈਂ ਥਾਣੇਦਾਰ ਨੂੰ ਕਿਹਾ, ਮੈਂ ਕਿਹਾ ਯਾਰ ਦੋਨਾਂ ਦਾ ਜੋ ਜਾਇਜ਼ ਹੋਇਆ ਤੈਨੂੰ ਗੱਲ ਸਮਝ ਆਈ ਉਹ ਕਰ ਦੇਈ। ਮੈਂ ਕਿਹਾ ਥਾਣੇਦਾਰ ਜਾਂ ਤਾਂ ਸਿਫਾਰਿਸ਼ ਲਊਗਾ ਤੇ ਜਾਂ ਪੈਸੇ ਲਊਗਾ। ਇੱਕ ਨੂੰ ਬਾਹਰ ਪਹਿਲਾਂ ਧੁੱਪੇ ਬਿਠਾ ਲੂਗਾ, ਫਿਰ ਦੂਜੇ ਨੂੰ ਨੇੜੇ ਲਿਆ ਕੇ ਬਿਠਾ ਲੂਗਾ। ਤੇ ਇਹਦੇ ਵਿੱਚ ਹੀ ਜੇ ਆਪਾਂ ਉਸ ਮਾਨਸਿਕਤਾ ਤੇ ਖੜੇ ਆ ਤਾਂ ਫਿਰ ਆਪਾਂ ਜਾਣਾ ਕਿਤੇ ਨਹੀਂ ਹੈ, ਅਸੀਂ ਬੈਡ ਟੂ ਵਰਸ ਹੋਣਾ। ਕਿਉਂਕਿ ਜੇ ਅਸੀਂ ਅੱਜ ਦੁਨੀਆ ਕਿੱਥੇ ਪਹੁੰਚ ਰਹੀ ਆ,
R&D ਤੇ ਗਵਰਨਮੈਂਟ ਆਫ ਇੰਡੀਆ ਦੇ ਆਪਣੇ ਜਿਹੜੇ ਆ ਡਾਟਾ ਆ ਵੀ 4.5% ਤੋਂ ਵੱਧ ਸਾਡੇ ਕੋਲ ਸਕਿਲਡ ਵਰਕਰ ਨਹੀਂ ਹੈ। ਜੇ 4.5% ਤੋਂ ਵੱਧ ਸਕਿਲਡ ਵਰਕਰ ਨਹੀਂ ਆ ਤੇ ਫਿਰ ਅਸੀਂ ਕਿਹੜੀ ਇੰਡਸਟਰੀ ਦੀ ਗੱਲ ਕਰਦੇ ਆ, ਅਸੀਂ ਕਿੱਧਰ ਨੂੰ ਲੈ ਕੇ ਜਾਣਾ? ਕਿਉਂਕਿ ਚਾਈਨਾ ਨੇ ਕੀ ਕੀਤਾ, ਸੈਕੰਡ ਲੈਵਲ ਦੀ R&D ਕੀਤੀ, ਸੈਕੰਡ ਲੈਵਲ ਦੀ ਵੀ ਮੀਨਸ ਕਿਸੇ ਨੇ R&D ਕੀਤੀ ਸੀ, ਉਹਨਾਂ ਨੇ ਜਹਾਜ਼ ਬਣਾਇਆ, ਉਹਨੇ ਸਭ ਤੋਂ ਦੁਨੀਆ ਦਾ ਵਧੀਆ ਜਹਾਜ਼ ਖਰੀਦਿਆ, ਉਹਦਾ ਇੰਜਰ ਪਿੰਜਰ ਖਿਲਾਰ ਕੇ ਆਪਣਾ ਇੰਟੈਲੀਜੈਂਸੀਆ ਡਿਵੈਲਪ ਕੀਤਾ, ਉਹਨੂੰ ਪੇਟੈਂਟ ਕਰਾਇਆ ਤੇ ਉੱਥੋਂ ਗਾਂ ਤੁਰ ਪਏ। ਕਿਉਂਕਿ ਕੋਈ ਕਿਤੇ ਵੇਸਟੇਜ ਨਹੀਂ ਹੈ ਕਿ ਕੋਈ ਕਿਤੇ, ਕਿਉਂਕਿ ਟੈਕਨੋਲੋਜੀ ਉਹਨਾਂ ਨੇ ਉਸ ਲੈਵਲ ਦੀ ਲੈ ਆਂਦੀ। ਅਸੀਂ ਉਧਰ ਨੂੰ ਸੋਚਦੇ ਨਹੀਂ, ਅਸੀਂ ਤਾਂ ਟੈਕਨੋਲੋਜੀ ਕਿਹੜੀ ਆ ਫੋਨ ਦੀ ਟੈਕਨੋਲੋਜੀ ਆ, ਅਸੀਂ ਇਹਨੂੰ ਯੂਜ਼ ਕਰਕੇ ਚਾਹੇ ਜਿੱਦਾਂ ਦਾ, ਜੇ ਮਾੜਾ ਮੈਸੇਜ ਹੋਵੇ ਤਾਂ ਫਿਰ ਮੇਰਾ ਖਿਆਲ ਆ ਉਹਦਾ ਇਹੋ ਜਿਹਾ ਗੇੜਾ ਦਿੰਨੇ ਆ ਵੀ ਕਦੀ ਨਿਊਯਾਰਕ ਤੋਂ ਘੁੰਮ ਕੇ ਆ ਜਾਂਦਾ, ਕਦੀ ਕਿਤੇੋਂ ਘੁੰਮ ਕੇ ਆ ਜਾਂਦਾ, ਕਿਉਂਕਿ ਇੰਨੀ ਵੋਕਲ ਸੁਸਾਇਟੀ ਅਸੀਂ ਉਧਰ ਨੂੰ ਤੁਰ ਪਏ। ਕਿਉਂਕਿ ਅਸੀਂ ਜੇ ਕੰਮ ਨਹੀਂ ਕਰਾਂਗੇ ਤੇ ਅਸੀਂ ਕਿਸੇ ਪਾਸੇ ਜਿਹੜਾ ਪਹੁੰਚ ਨਹੀਂ ਸਕਦੇ। ਸੋ ਮੇਰੀ ਤਾਂ, ਕਿਉਂਕਿ ਮੈਂ ਤਾਂ ਇਹ ਕਹਿਣਾ ਕਿ ਇਹ ਨਾ ਇਹੋ ਜਿਹੇ ਇਸ਼ੂ ਜਿਹੜੇ ਉਹ ਪਬਲਿਕ ਡੋਮੇਨ ਤੇ ਪਾਉਣੇ ਚਾਹੀਦੇ ਆ, ਉਸ ਪਿੰਡ ਨੂੰ, ਇਸ ਸਮਾਜ ਨੂੰ, ਕਿਉਂਕਿ ਜਿਹੜੀ ਜ਼ਮੀਨ ਆ ਉਹ ਪੰਜਾਬੀਆਂ ਦੇ ਕਿਤੇ ਨਾ ਕਿਤੇ ਬਹੁਤ ਨੇੜੇ, ਦਿਲ ਦੇ ਨੇੜੇ ਲੱਗਦੀ ਆ। ਕਿਉਂਕਿ ਉਹਨੂੰ ਐ ਲੱਗਦਾ ਕਿ ਮੈਂ ਪਿੰਡ ਦੇ ਵਿੱਚ ਬੈਠਾ ਤੇ ਚਾਹੇ ਭਾਵੇਂ ਮੈਨੂੰ ਕੁਝ ਬਹੁਤਾ ਬਚਦਾ ਨਹੀਂ ਹੈ, ਪਰ ਮੇਰੀ ਇੱਕ ਇੱਜ਼ਤ ਮਾਣ ਜਿਹਾ ਬਚਿਆ ਹੋਇਆ, ਇੱਕ ਇੱਜ਼ਤ ਮਾਣ ਜੁੜਿਆ ਹੋਇਆ। ਤੇ ਜੇ ਅਸੀਂ ਇਹ ਵੀ ਉਹਦੇ ਵਿੱਚ ਵੀ, ਮੈਂ ਤਾਂ ਇੱਥੋਂ ਤੱਕ ਵੀ ਸੋਚਦਾ ਵੀ ਜੇ ਉਸ ਪਿੰਡ ਨੂੰ, ਜਿਹੜੇ ਪਿੰਡਾਂ ਦੀ ਜੇ ਜ਼ਮੀਨ, ਜੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਵੱਧ ਫਾਇਦਾ ਉਸ ਪਿੰਡ ਨੂੰ, ਪਹਿਲੀ ਗੱਲ ਜੇ ਇਸ ਪਿੰਡ ਦੀ ਇਹ ਗੱਲ ਹੈ ਤਾਂ ਫਿਰ ਤਾਂ ਸਰਕਾਰ ਨੂੰ ਉਹ ਵੀ ਡਿਸਕਸ਼ਨ ਕਰਕੇ, ਡਿਸਕਸ਼ਨ ਹੁੰਦੀ ਨਹੀਂ ਹੈ। ਮੈਂ ਤਾਂ ਕਈ ਵਾਰੀ ਇਹ ਵੀ ਕਹਿਣਾ ਹੁੰਦਾ ਕਿ ਜਦੋਂ MLAਆਂ ਦੀ ਡਿਸਕਸ਼ਨ ਨਹੀਂ ਹੁੰਦੀ ਤੇ ਸਰਪੰਚ ਦੀ ਡਿਸਕਸ਼ਨ ਕਿੱਥੇ ਹੁੰਦੀ ਆ? ਕਿਉਂਕਿ ਜਦੋਂ ਅਸੀਂ ਡਿਵਾਈਡ ਹੀ ਹੋ ਗਏ, ਅੱਛਾ ਉੱਥੇ ਵੀ ਮੈਂ ਤਾਂ ਇੱਕ ਪਾਰਟੀ ਦਾ ਨੁਮਾਇੰਦਾ, ਇੱਕ ਪਾਰਟੀ ਦੇ ਵਿੱਚ ਆਇਆ, ਉਹਦੇ ਵਿੱਚ ਇੰਟਰਨਲ, ਪਾਰਟੀ ਦੇ ਵਿੱਚ ਇੰਟਰਨਲ ਕਾਦੀ ਡੈਮੋਕ੍ਰੇਸੀ ਹੈ ਜਿੰਨਾ ਚਿਰ ਅਸੀਂ ਗੱਲ ਨਹੀਂ ਕਰਦੇ, ਜਿੰਨਾ ਚਿਰ ਅਸੀਂ ਉਹਦੇ ਤੇ ਪਹਿਰਾ ਨਹੀਂ ਦਿੰਦੇ। ਸੋ ਇਸ ਕਰਕੇ ਇਹ ਸਾਰੀ ਜਿਹੜੀ ਚੀਜ਼ ਆ ਮੈਨੂੰ ਇੱਕ ਮੁੱਦੇ ਤੇ ਆਣ ਕੇ ਖੜੀ ਹੁੰਦੀ ਲੱਗਦੀ ਵੀ ਸਾਡੇ ਕਿਰਦਾਰ 'ਚ ਕਮੀ ਆ ਗਈ, ਅਸੀਂ ਕਮਜ਼ੋਰ ਹੋ ਗਏ। ਕਿਉਂਕਿ ਜੇ ਇਸ ਕੌਮ ਨੂੰ ਧੁੱਪ ਤੇ ਛਾਂ ਬਹੁਤੀ ਲੱਗਣ ਲੱਗ ਪਵੇ ਨਾ, ਕਿਉਂਕਿ ਇਹ ਚਲਾਉਂਦੇ ਤਾਂ ਇਦਾਂ ਹੀ ਆ। ਕਿਉਂਕਿ ਹੋਇਆ ਕਿ 33 ਕਰੋੜ ਸੀਗੇ ਆਪਾਂ ਜਦੋਂ ਆਜ਼ਾਦ ਹੋਏ ਤੇ 140 ਤੇ ਅਪਰੋਕਸੀਮੇਟਲੀ ਪਹੁੰਚ ਗਏ। ਔਰ ਸਮੇਂ ਦੀਆਂ ਸਰਕਾਰਾਂ ਨੇ, ਦੇਖੋ ਨਾ ਪੰਜਾਬ ਦੇ ਵਿੱਚ 72-73 ਸਾਲ ਪਹਿਲਾਂ ਆਪਾਂ ਨੂੰ ਇੱਕ ਵਧੀਆ ਪੀਸ ਆਫ ਲੈਂਡ ਮਿਲਿਆ, ਪਹਿਲਾਂ ਉਹਨੂੰ ਆਪਾਂ ਛੋਟਾ ਕੀਤਾ, ਫਿਰ ਪੈਸਟੀਸਾਈਡਸ ਪਾ ਕੇ ਉਹਦਾ ਪਾਣੀ ਵਧੀਆ ਸੀਗਾ, ਉਹਦੀ ਹਵਾ ਵਧੀਆ ਸੀ, ਉਹਦੀ ਜ਼ਮੀਨ ਵਧੀਆ ਸੀ। ਤੇ ਜੇ ਇਦਾਂ ਦੀ ਗੱਲ ਹੋਵੇ ਵੀ ਇੱਕ ਘਰ ਦੇ ਵਿੱਚ, ਇੱਕ ਪੌਂਡ ਦੇ ਵਿੱਚ ਤੁਹਾਡੇ ਕੋਲ ਪਾਣੀ ਬਹੁਤ ਸਾਫ਼ ਸੁਥਰਾ ਹੋਵੇ, ਪਹਿਲਾਂ ਬੰਦਾ ਕਵੇ ਵੀ ਪਹਿਲਾਂ ਇਹਨੂੰ ਗੰਦਾ ਕਰ, ਹੁਣ ਇਹਨੂੰ ਸਾਫ਼ ਕਰਨ ਲਈ ਆਰਓ ਲਾ। ਤੇ ਉਹਨਾਂ ਕੰਪਨੀਆਂ ਨੇ, ਜਿਨ੍ਹਾਂ ਕੰਪਨੀਆਂ ਨੇ ਸਾਨੂੰ ਪੈਸਟੀਸਾਈਡ ਵੇਚਿਆ, ਉਹਨਾਂ ਨੇ ਸਾਨੂੰ ਆਰਓ ਵੇਚਿਆ, ਉਹੀ ਹੁਣ ਸਾਨੂੰ ਕੈਂਸਰ ਦੀ ਦਵਾਈ ਵੇਚਣ ਡਈਆਂ। ਅਸੀਂ ਉੱਥੇ ਆਣ ਕੇ ਖੜ ਗਏ ਆ। ਸੋ ਇਸ ਕਰਕੇ ਇਹ ਤਾਂ, ਕਿਉਂਕਿ ਜਿਸ ਫੀਲਡ ਦੀ, ਮੰਨ ਲਓ ਸਪੋਜ਼ ਮੈਨੂੰ ਕਿਸੇ ਕੰਮ ਦੀ ਨੌਲੇਜ ਨਹੀਂ ਹੈ ਤੇ ਮੈਨੂੰ ਡਿਸਕਸ਼ਨ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੋਣੀ ਚਾਹੀਦੀ ਵੀ ਹਾਂ ਵੀ ਮੈਨੂੰ, ਕਿਉਂਕਿ ਉਸ ਫੀਲਡ ਦੇ ਐਕਸਪਰਟਸ ਮਿਲ ਜਾਣਗੇ, ਉਹਦੇ ਵਿੱਚ 20 ਸਾਲ ਦਾ, 25 ਸਾਲ ਦਾ, 30 ਸਾਲ ਦਾ ਤਜਰਬਾ ਮਿਲ ਜੂ। ਪਰ ਜਦੋਂ ਸਾਡੀ ਮਾਨਸਿਕਤਾ ਇੱਥੇ ਆ ਖੜਦੀ ਆ ਵੀ ਅਸੀਂ ਤਾਂ, ਕਿਉਂਕਿ ਉੱਥੇ ਸਿਸਟਮ ਦੇ ਆਲੇ ਦੁਆਲੇ ਚਮਚੇ ਬੜੇ ਇਕੱਠੇ ਹੋ ਜਾਂਦੇ ਆ ਤੇ ਉਹ ਜਚਾਉਣ ਲੱਗ ਪੈਂਦੇ ਆ ਵੀ ਦੇਖੋ ਜੀ, ਨਾ ਤੁਹਾਡੇ ਵਰਗਾ ਪੈਦਾ ਹੋਇਆ ਤੇ ਨਾ ਤੁਹਾਡੇ ਵਰਗਾ ਗਾਂ ਪੈਦਾ ਹੋਣਾ। ਮਤਲਬ ਇੱਥੋਂ ਤੱਕ ਵੀ ਉਹ ਗਾਰੰਟੀ ਕਰਨ ਲੱਗ ਪੈਂਦੇ ਵੀ ਤੁਹਾਡੇ ਵਰਗਾ ਗਾਂ ਪੈਦਾ ਵੀ ਨਹੀਂ ਹੋਣਾ। ਸੋ ਉਹ ਜਿਹੜੀ ਸਭ ਤੋਂ ਵੱਡੀ ਸਾਡੇ ਸਮਾਜ ਦੇ ਵਿੱਚ ਸਮੱਸਿਆ, ਕਿਉਂਕਿ ਦੇਖੋ ਸਤਯੁਗ ਤੇ ਕਲਯੁਗ ਦਾ ਫਰਕ ਕੀ ਆ, ਉਹਦੇ ਵਿੱਚ ਗਿਣਤੀ ਵੱਧ ਸੀਗੀ ਚੰਗਿਆਂ ਬੰਦਿਆਂ ਦੀ, ਇਹਦੇ ਵਿੱਚ ਗਿਣਤੀ ਮਾੜਿਆਂ ਦੀ ਵੱਧ ਗਈ। ਨੁਕਸਾਨ ਇੰਨਾ ਹੀ ਹੋਇਆ ਕਿਉਂਕਿ ਜਦੋਂ ਮਾੜਿਆਂ ਦੀ ਗਿਣਤੀ ਵੱਧ ਜਾਵੇ ਤੇ ਉਹਦਾ ਚਿਹਰਾ ਮੋਹਰਾ ਮਾੜਾ ਲੱਗਣ ਲੱਗ ਪੈਂਦਾ, ਜਦੋਂ ਚੰਗਿਆਂ ਦੀ ਵੱਧ ਜਾਵੇ ਉਹਦਾ ਚੰਗਾ ਚਿਹਰਾ ਮੋਹਰਾ ਲੱਗਣ ਲੱਗ ਪੈਂਦਾ। ਤੇ ਪੁਰਾਣੇ ਜਿਹੜੇ ਜਿੰਨੇ ਰੂਲਰ ਸੀਗੇ, ਉਹ ਜਿਹੜਾ ਸਲਾਹਕਾਰ ਹੁੰਦਾ ਸੀ ਉਹਦੇ ਕੋਲ ਵੇਲੇ ਕੁਵੇਲੇ ਹਨੇਰੇ ਸਵੇਰੇ ਜਾਂਦੇ ਹੁੰਦੇ ਸੀ ਵੀ ਭਾਈ ਆਹ ਜਿਹੜੀ ਚੀਜ਼ ਹੈ ਇਹ ਮੈਨੂੰ ਦੱਸ ਵੀ ਇਹਦੇ ਤੇ ਤੁਹਾਡਾ ਕੀ ਰਿਐਕਸ਼ਨ ਆ, ਮੈਨੂੰ ਕੀ ਕਰਨਾ ਚਾਹੀਦਾ ਤਾਂ ਕਿ ਮੈਂ ਇਹੋ ਜਿਹੇ ਫੈਸਲੇ ਲੈ ਸਕਾਂ ਜਿਹਦੇ ਤੇ ਲੋਕਾਂ ਦੇ ਵਿੱਚ ਚੰਗੀ ਚੀਜ਼ ਜਿਹੜੀ ਉਹ ਜਾਵੇ। ਤੇ ਹੁਣ ਬਹੁਤੇ ਗਲਾਸੀਆਂ ਸਾਫ਼ ਕਰਨ ਵਾਲੇ, ਬਹੁਤੇ ਤਾਂ ਰਮਾਲ ਲੈ ਕੇ ਖੜੇ ਹੁੰਦੇ ਆ ਵੀ ਦੱਸੋ ਸਹੀ ਵੀ ਕੰਮ
क्योंकि इदां दी मानसिकता साडी, क्योंकि साडी जिहड़ी ब्यूरोक्रेसी भी आ, मैं तां ब्यूरोक्रेसी नूं सैकंड नंबर ते कहना कि उन्हां दा अल्टीमेटली उन्हां ने लोकां 'च नहीं जाना, क्योंकि उन्हां ने एक बारी पेपर देता ते उन्हें 30-35 साल अपने उस सिस्टम दे विच तुरे रहना। लेकिन ਜਿਹੜਾ ਪੋਲੀਟੀਸ਼ੀਅਨ ਹੈ ਉਹਨੇ 5 ਸਾਲਾਂ ਬਾਅਦ ਲੋਕਾਂ ਦੇ ਵਿੱਚ ਵੀ ਜਾਣਾ, ਲੋਕਾਂ ਦੀ ਉਹਨੂੰ ਫੀਲਿੰਗ ਹੋਣੀ ਚਾਹੀਦੀ ਆ ਵੀ ਹਾਂ ਵੀ ਅਸੀਂ ਕਿੱਥੇ ਕੀ ਕਰਨਾ, ਲੇਕਿਨ ਨਾਲ ਉਸ ਲੈਵਲ ਦਾ ਇੰਟੈਲੀਜੈਂਸ ਆ ਵੀ ਅਸੀਂ ਵਿਜ਼ੂਅਲਾਈਜ਼ ਕਰਕੇ ਇਸ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ, ਉਹ ਵੀ ਉਹਦੇ ਮਾਈਂਡ ਦੇ ਵਿੱਚ ਔਰ ਉਹਦੇ ਆਲੇ ਦੁਆਲੇ ਜਿੰਨੇ ਵੀ ਇੰਟੈਲੀਜੈਂਟ ਬੰਦੇ ਹੋਣ। ਮੈਨੂੰ ਤਾਂ ਕਿਉਂਕਿ ਮੈਂ ਤਾਂ ਇੱਕ ਡਾਇਰੈਕਟਰ ਸਪੋਰਟਸ ਨੂੰ ਹੀ ਹੈੱਡ ਕੀਤਾ ਤੇ ਮੈਂ ਤਾਂ ਅਲੱਗ-ਅਲੱਗ ਖੇਡਾਂ ਦੇ ਵੀ 20 ਬੰਦੇ ਲੈ ਲੈ, 20 ਜੇ ਸਪੋਰਟਸ ਨੂੰ ਪ੍ਰਮੋਟ ਕਰਨੀ ਆ ਤੇ ਉਸ ਫੀਲਡ ਦਾ ਇੱਕ ਐਕਸਪਰਟ ਲੈ ਲਿਆ। ਮੈਂ ਕਿਹਾ ਵੀ ਆਪਣੇ ਜ਼ਿਲ੍ਹੇ ਤੇ ਇੱਕ ਤੂੰ ਐਕਸਪਰਟ ਲੈ ਲਾ ਤਾਂ ਕਿ ਅਸੀਂ ਸਰਕਾਰੀ ਤੰਤਰ ਤੋਂ ਥੋੜਾ ਜਿਹਾ ਪਰੇ ਹੋ ਜਾਈਏ, ਕਿਉਂਕਿ ਜਿਹੜਾ ਨੌਕਰੀ ਵਾਲਾ ਨਾ, ਸਾਡੇ ਪ੍ਰੋਬਲਮ ਕਿੱਥੇ ਆ ਗਈ, ਸਾਨੂੰ ਸਿਰਫ ਸਰਕਾਰੀ ਨੌਕਰੀ ਚਾਹੀਦੀ ਆ। ਸਾਨੂੰ ਨੌਕਰੀ ਦੀ ਗੱਲ ਅਸੀਂ ਸਰਕਾਰ ਦੀ ਕਰਦੇ ਆ, ਬਾਕੀ ਸਾਰਾ ਕੁਝ ਅਸੀਂ ਕਹਿੰਦੇ ਆ। ਕਿਉਂ ਕਰਦੇ ਆ? ਕਿਉਂਕਿ ਉਹਦੇ ਵਿੱਚ ਕੰਮ ਨਹੀਂ ਕਰਨਾ ਪੈਂਦਾ। ਟ੍ਰਾਂਸਫਰ ਵਾਲੇ ਆਉਂਦੇ ਆ ਵੀ ਸਾਨੂੰ ਨੇੜੇ ਲਾ ਦਿਓ, ਸਾਨੂੰ ਘਰ ਦੇ ਸਾਹਮਣੇ ਲਾ ਦਿਓ, ਕਿਉਂਕਿ ਐਜੂਕੇਸ਼ਨ ਅਸੀਂ ਇੱਕ ਸਾਰਤਾ ਨਹੀਂ ਲਿਆ ਸਕੇ। ਐਜੂਕੇਸ਼ਨ ਦੇਖੋ ਸਭ ਤੋਂ ਵੱਡਾ ਇਸ਼ੂ ਆ। ਈਵਨ ਮੇਰੇ ਬੇਟੇ ਨੇ ਸਿਵਲ ਇੰਜੀਨੀਅਰਿੰਗ ਕੀਤੀ ਤੇ ਜਿੱਦਣ ਇੰਜੀਨੀਅਰਿੰਗ ਕਰਕੇ ਆਇਆ ਮੈਂ ਕਿਹਾ ਚੱਲ ਆ ਜਾ ਯਾਰ ਬੈਠ ਕੇ ਗੱਲਬਾਤ ਮਾਰਦੇ ਆ, ਤੇ ਜਦੋਂ ਆਇਆ ਮੈਨੂੰ ਕਹਿੰਦਾ ਪਾਪਾ ਅਸਲੀ ਗੱਲ ਆ ਵੀ ਮੈਨੂੰ ਪ੍ਰੈਕਟੀਕਲੀ ਕੁਝ ਨਹੀਂ ਆਉਂਦਾ। ਮੈਂ ਕਿਹਾ ਯਾਰ ਤੂੰ ਇਹੀ ਮੰਨ ਲਿਆ, ਇਹੀ ਬਹੁਤ ਆ। ਔਰ ਦੂਸਰੇ ਪਾਸੇ ਮੇਰੀ ਬੇਟੀ ਨੇ ਆਰਕੀਟੈਕਚਰ ਕੀਤੀ, ਲੇਕਿਨ ਕੀਤੀ ਬਾਹਰਲੇ ਕਿਸੇ ਮੁਲਕ ਤੋਂ, ਤੇ ਪਹਿਲੇ 2 ਦਿਨ ਜਿਹੜੇ ਆ ਪ੍ਰੈਕਟੀਕਲ ਦੇ, ਅਗਲੇ 2 ਦਿਨ ਥਿਊਰੀ ਦੇ, ਤੇ 5ਵੇਂ ਦਿਨ ਵਾਈਂਡ ਅਪ। ਜਦੋਂ 1 ਸਾਲ ਪੂਰਾ ਹੋਇਆ ਤੇ ਸ਼ੀ ਵਾਜ਼ ਕੈਪੇਬਲ ਆਫ ਹੈਂਡਲਿੰਗ ਐਨੀ ਪ੍ਰੋਜੈਕਟ। ਅੱਜ ਅਸੀਂ 45,000 ਇੰਜੀਨੀਅਰ ਜਿਹੜਾ ਆ ਪੰਜਾਬ ਦੇ ਵਿੱਚੋਂ ਬਣਾ ਕੇ, ਤੇ ਜਿਹਦੀ ਪਲੇਸਮੈਂਟ 500 ਦੀ ਵੀ ਹੈ ਨਹੀਂ। ਕਿਉਂ 500 ਦੀ ਹੈ ਨਹੀਂ? ਕਿਉਂਕਿ ਅਸੀਂ ਉਹਨੂੰ ਸਮੇਂ ਦਾ ਹਾਣੀ ਨਹੀਂ ਬਣਾਇਆ, ਅਸੀਂ ਉਹਨੂੰ ਇੱਧਰ ਨੂੰ ਤੋਰਿਆ ਹੀ ਨਹੀਂ ਕਿ ਪ੍ਰੈਕਟੀਕਲ। ਕਿਉਂਕਿ ਬਾਣੀਏ ਨੇ ਪੈਸੇ ਕਦੋਂ ਦੇਣੇ ਆ ਤੁਹਾਨੂੰ? ਜੇ ਤੁਸੀਂ ਕਮਾ ਕੇ ਦਿਓਗੇ। ਕਮਾ ਕੇ ਤਾਂ ਦਿਓਗੇ ਜੇ ਤੁਹਾਨੂੰ ਕੁਝ ਆਉਂਦਾ ਹੋਊਗਾ। ਜੇ ਤੁਹਾਨੂੰ ਕੁਝ ਆਉਂਦਾ ਨਹੀਂ ਹੋਊਗਾ ਤਾਂ ਫਿਰ ਅਸੀਂ ਇਹੋ ਜਿਹਾ ਇੱਕ ਐਟਮੋਸਫੀਅਰ ਕ੍ਰੀਏਟ ਕਰਾਂਗੇ ਕਿ ਜਿਹਦੇ ਨਾਲ ਸਾਡੀ, ਕਿਉਂਕਿ ਅੱਜ 40,000 ਕਰੋੜ, ਲਗਭਗ 40,000 ਕਰੋੜ ਰੁਪਈਆ ਫੀਸ ਦੇ ਤੌਰ ਤੇ ਬਾਹਰਲੇ ਦੇਸ਼ਾਂ 'ਚ ਜਾ ਰਿਹਾ, ਔਰ ਸਾਡੀ ਜਵਾਨੀ ਵੀ ਬਾਹਰ ਜਾ ਰਹੀ ਤੇ ਸਾਡਾ ਪੈਸਾ ਵੀ ਬਾਹਰ ਜਾ ਰਿਹਾ। ਇਹਦੇ ਤੇ ਮੈਂ ਤਾਂ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ, ਕਿਉਂਕਿ ਇਹੋ ਜਿਹੇ ਡਿਸਕਸ਼ਨ ਜਿਹੜੀਆਂ ਉਹ ਹੋਰ ਹੋਣੀਆਂ